ਹੈਲੋ ਡੀਅਰ ਸਟੂਡੈਂਟਸ, ਹਾਊ ਆਰ ਯੂ ਆਲ। 7ਵੀਂ ਕਲਾਸ ਦੇ ਗਣਿਤ ਪੀਰੀਅਡ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਤੁਹਾਨੂੰ ਆਨਲਾਈਨ ਸਟੱਡੀਜ਼ ਕਰਵਾ ਰਹੇ ਹਾਂ, ਜਿਸ ਦੇ ਤਹਿਤ ਤੁਹਾਨੂੰ ਵਿਸ਼ਾ ਵਾਈਜ਼ ਅਸਾਈਨਮੈਂਟਸ ਭੇਜੀਆਂ ਜਾ ਰਹੀਆਂ ਨੇ ਤੇ ਅਸਾਈਨਮੈਂਟ 60 ਚੱਲ ਰਹੀ ਹੈ। ਵਿਦਿਆਰਥੀਓ, ਚੈਪਟਰ ਚੱਲ ਰਿਹਾ ਹੈ ਭਿੰਨਾਂ ਅਤੇ ਦਸ਼ਮਲਵ। ਭਿੰਨਾਂ ਅਤੇ ਦਸ਼ਮਲਵ ਸਭ ਤੋਂ ਪਹਿਲਾਂ ਅਸੀਂ ਭਿੰਨਾਂ ਪੋਰਸ਼ਨ ਕਰਾਂਗੇ, ਮੀਨਸ ਫ੍ਰੈਕਸ਼ਨ। ਇਸ ਨੂੰ ਇੰਗਲਿਸ਼ ਵਿੱਚ ਕੀ ਕਹਿੰਦੇ ਆ? ਫ੍ਰੈਕਸ਼ਨ। ਆਪਣੀਆਂ ਕਾਪੀਜ਼ ਤੇ ਨੋਟ ਕਰੋ, ਫ੍ਰੈਕਸ਼ਨ, FRACTION, ਫ੍ਰੈਕਸ਼ਨ ਮੀਨਸ ਭਿੰਨਾਂ। ਇਸ ਨੂੰ ਲਿਖਣਾ ਕਿੱਦਾਂ ਹੈ ਬੱਚੇ? ਪਹਿਲੀ ਤਾਂ ਗੱਲ ਇਹ ਹੈ, ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਕਿ ਫ੍ਰੈਕਸ਼ਨ ਨੂੰ ਅਸੀਂ, ਫ੍ਰੈਕਸ਼ਨ ਦਾ ਮਤਲਬ ਕੀ ਹੁੰਦਾ ਕਿ ਕਿਸੇ ਪੂਰਨ ਭਾਗ ਦਾ ਕੁਝ ਹਿੱਸਾ, ਉਸ ਨੂੰ ਅਸੀਂ ਕੀ ਕਹਿੰਦੇ ਆ? ਫ੍ਰੈਕਸ਼ਨ। ਜਿਵੇਂ ਸਾਡੇ ਕੋਲ ਇੱਕ ਚੱਕਰ ਹੈ, ਇਸ ਚੱਕਰ ਦਾ ਪੂਰਨ, ਇਸ ਚੱਕਰ ਨੂੰ ਅਸੀਂ ਪੂਰਨ ਭਾਗ ਮੰਨਾਂਗੇ। ਜੇ ਅਸੀਂ ਇਸ ਚੱਕਰ ਨੂੰ ਅੱਧ ਵਿੱਚੋਂ ਦੋ ਭਾਗਾਂ ਦੇ ਵਿੱਚ ਵੰਡ ਦਿੰਦੇ ਆ ਤਾਂ ਇਸ ਵਿੱਚ ਕਿੰਨੇ ਹਿੱਸੇ ਹੋ ਗਏ? ਹੁਣ 2। ਇਹ ਵਾਲਾ ਜੋ ਪੋਰਸ਼ਨ ਹੈ ਫਸਟ, ਇਹਨੂੰ ਅਸੀਂ ਛਾਇਆ ਅੰਕਿਤ ਕਰ ਦਿੱਤਾ। तो इसका भिन्न रूप किद्दां लिखांगे? पूर्ण भाग। पूर्ण भाग किन्ने ने? 2। ते जिस भाग नूं असीं लिखना है वो किन्ना है? 1। तो इहदी भिन्न बन गई 1/2। जो छाया अंकित नहीं है उसका भी भिन्न रूप जे लिखना है वो भी किन्ना आएगा? 1/2, क्योंकि वो भी एक ही है। तो कुल भाग किन्ने ने? 2। तो ये बन गया 1/2। ਤੇ ਜੇ ਦੋਨਾਂ ਨੂੰ ਜੋੜਦੇ ਆ, ਅੱਧਾ ਜਮਾ ਅੱਧਾ ਕਿੰਨਾ ਹੁੰਦਾ? 1। ਉਹ ਬਣ ਗਿਆ ਪੂਰਨ ਭਾਗ। ਸੋ ਇਸ ਪੂਰਨ ਭਾਗ ਨੂੰ ਵੀ ਅਸੀਂ 1/1 ਲਿਖ ਸਕਦੇ ਹਾਂ, ਜਿਸ ਵਿੱਚ 1 ਜੋ ਹੈ ਉਹ ਅੰਸ਼ ਹੈ ਤੇ ਥੱਲੇ ਵਾਲਾ ਜੋ 1 ਹੈ ਉਹਨੂੰ ਅਸੀਂ ਹਰ ਕਵਾਂਗੇ। ਇਸੇ ਤਰ੍ਹਾਂ 1/2, ਇਸ ਵਿੱਚ ਜੋ ਉੱਪਰ ਵਾਲੀ ਸੰਖਿਆ ਹੈ ਉਸ ਨੂੰ ਅਸੀਂ ਕੀ ਕਵਾਂਗੇ? ਅੰਸ਼। ਔਰ ਥੱਲੇ ਵਾਲੀ ਸੰਖਿਆ ਨੂੰ ਕੀ ਕਵਾਂਗੇ? ਹਰ। ਮੀਨਸ ਅੰਸ਼ ਨੂੰ ਅਸੀਂ ਇੰਗਲਿਸ਼ ਵਿੱਚ ਨਿਊਮਰੇਟਰ ਕਹਿੰਦੇ ਆ ਤੇ ਹਰ ਨੂੰ ਅਸੀਂ ਇੰਗਲਿਸ਼ ਵਿੱਚ ਡਿਨੋਮੀਨੇਟਰ ਕਹਿੰਦੇ ਆ। ਸੋ ਇਹ ਕੀ ਹੋ ਗਿਆ? ਅੰਸ਼ ਵਟਾ ਹਰ। ਉਹਨੂੰ ਅਸੀਂ ਕੀ ਕਹਿੰਦੇ ਆ? ਫ੍ਰੈਕਸ਼ਨ ਮੀਨਸ ਭਿੰਨ। ਹੁਣ ਪਿਆਰੇ ਵਿਦਿਆਰਥੀਓ, ਅਸੀਂ ਇਸ ਵਿੱਚ ਸਭ ਤੋਂ ਪਹਿਲਾ ਟੌਪਿਕ ਜੋ ਕਰਨਾ ਹੈ ਐਕਸਰਸਾਈਜ਼ 2.1, ਚੈਪਟਰ ਨੰਬਰ 2, ਐਕਸਰਸਾਈਜ਼ 2.1। ਸੋ ਉਸ ਵਿੱਚ ਸਭ ਤੋਂ ਪਹਿਲਾਂ ਅਸੀਂ ਫ੍ਰੈਕਸ਼ਨਸ ਨੂੰ, ਮਤਲਬ ਭਿੰਨਾਂ ਨੂੰ ਘਟਦੇ ਕ੍ਰਮ ਵਿੱਚ ਲਿਖਾਂਗੇ। ਘਟਦੇ ਕ੍ਰਮ ਵਿੱਚ ਲਿਖਾਂਗੇ, ਮਤਲਬ descending order, means descending order। हाँ जी, ये किस तरह करते बच्चे? देखो, पहली गल समझने वाली की है कि भिन्न किस तरह लिख हुंदी है? अंश बटा हर। तो बच्चे घटदा क्रम का मतलब की आ गया? इत्थे असीं की करदे आ? कंपैरिजन, कि केड़ी चीज घट है और केड़ी वध है। सो कंपैरिजन मतलब तुलना करनी। सो आओ ਅਸੀਂ ਵੱਖ-ਵੱਖ ਭਿੰਨਾਂ ਦੀ ਤੁਲਨਾ ਕਰਦੇ ਆ ਤੇ ਉਹਨਾਂ ਨੂੰ ਘਟਦੇ ਕ੍ਰਮ ਵਿੱਚ ਲਿਖਦੇ ਆ। ਘਟਦਾ ਕ੍ਰਮ ਕੀ ਹੁੰਦਾ ਬੱਚੇ? ਮਤਲਬ ਤੁਸੀਂ ਘਟਦੇ ਕ੍ਰਮ ਨੂੰ ਇਸ ਤਰੀਕੇ ਨਾਲ, ਇਹ ਪੌੜੀ ਹੈ, ਇਹਨੂੰ ਸਮਝ ਲੈਣਾ ਕਿ ਅਸੀਂ ਟੌਪ ਤੇ ਆ, ਟੌਪ ਤੋਂ ਅਸੀਂ ਥੱਲੇ ਨੂੰ ਆਉਣਾ ਹੈ ਇਸ ਤਰੀਕੇ ਨਾਲ। ਪਹਿਲਾਂ ਸਭ ਤੋਂ ਵੱਡੀ ਚੀਜ਼, ਫਿਰ ਨੀਚੇ, ਉਹ ਤੋਂ ਘੱਟ, ਉਹ ਤੋਂ ਘੱਟ, ਉਹ ਤੋਂ ਘੱਟ, ਉਹ ਤੋਂ ਘੱਟ। ਇਹ ਹੁੰਦਾ ਘਟਦਾ ਕ੍ਰਮ। ਪਰ ਇਹਨੂੰ ਕਰਨਾ ਕਿੱਦਾਂ ਬੱਚੇ? ਕਰਨ ਦਾ ਤਰੀਕਾ ਕੀ ਹੈ? ਸਭ ਤੋਂ ਪਹਿਲਾ ਕੰਮ ਕੀ ਹੈ? ਤੁਸੀਂ ਦੇਖਣਾ ਕਿ ਹਰ ਬਰਾਬਰ ਹੈ ਜਾਂ ਨਹੀਂ। ਸਭ ਤੋਂ ਪਹਿਲਾ ਕੰਮ ਹਰ ਬਰਾਬਰ ਕਰਨੇ ਹਨ। 3 ਤਰੀਕੇ ਨਾਲ ਕੁਐਸਚਨ ਆ ਸਕਦਾ।
ਕਿ ਇੱਕ ਕੁਐਸਚਨ ਇਦਾਂ ਆਉਣਗੇ ਜਿਸ ਵਿੱਚ ਸੰਖਿਆਵਾਂ ਜੋ ਦਿੱਤੀਆਂ ਹੋਣਗੀਆਂ ਉਹ 'ਚ ਅੰਸ਼ ਬਰਾਬਰ ਹੋਣਗੇ, ਤੇ ਕੁਝ ਕੁਐਸਚਨ ਇਦਾਂ ਆਣਗੇ ਜਿਹਦੇ ਵਿੱਚ ਹਰ ਬਰਾਬਰ ਹੋਣਗੇ, ਤੇ ਕੋਈ ਕੇਸ ਇਦਾਂ ਦਾ ਵੀ ਆਏਗਾ ਜਿਹਦੇ ਵਿੱਚ ਅੰਸ਼ ਤੇ ਹਰ ਬਰਾਬਰ ਨਹੀਂ ਹੋਣਗੇ। ਸੋ ਪਹਿਲਾ ਕੰਮ ਕੀ ਹੈ, ਅਸੀਂ ਦੇਖਣਾ ਕਿ ਕੀ ਹਰ ਬਰਾਬਰ ਹਨ ਜਾਂ ਅੰਸ਼ ਬਰਾਬਰ ਹਨ, ਜਾਂ ਫਿਰ ਕੁਝ ਅੰਸ਼ ਜਾਂ ਹਰ ਦੋਨਾਂ ਵਿੱਚੋਂ ਕੋਈ ਵੀ ਆਪਸ ਦੇ ਵਿੱਚ ਬਰਾਬਰ ਨਹੀਂ ਹਨ। ਐਗਜ਼ਾਮਪਲ ਪਹਿਲਾਂ ਲੈ ਲੈਣੇ। ਜਿਵੇਂ ਕਿ ਅਸਾਈਨਮੈਂਟ ਵਿੱਚ ਹੀ ਪਹਿਲਾ ਕੁਐਸਚਨ ਹੈ 3/7, 2/7, 5/7, 1/7, ਇਹਨਾਂ ਨੂੰ ਘਟਦੇ ਕ੍ਰਮ ਵਿੱਚ ਲਿਖੋ। ਇਹਨਾਂ ਨੂੰ ਘਟਦੇ ਕ੍ਰਮ ਦੇ ਵਿੱਚ ਲਿਖੋ। ਸੋ ਇਹਨੂੰ ਕਿਸ ਤਰੀਕੇ ਨਾਲ ਲਿਖਣਾ ਬੱਚੇ? ਸਭ ਤੋਂ ਪਹਿਲਾਂ ਦੇਖੋ ਇਹਦੇ ਵਿੱਚ ਹਰ ਬਰਾਬਰ ਹੈ, ਹਾਂਜੀ ਹਰ ਬਰਾਬਰ ਹਨ, ਇਸ ਕਰਕੇ ਹਰ ਨੂੰ ਅਸੀਂ ਸਾਈਡ ਤੇ ਰੱਖ ਦੇਣਾ ਹੈ। ਅਸੀਂ ਕੀ ਚੈੱਕ ਕਰਨਾ? ਸਿਰਫ ਸੰਖਿਆਵਾਂ 3, 2, 5, 1 ਜੋ ਕਿ ਕੀ ਹਨ? ਇਹਨਾਂ ਭਿੰਨਾਂ ਦੇ ਵਿੱਚ ਅੰਸ਼ ਮੀਨਸ ਨਿਊਮਰੇਟਰ। ਸੋ ਘਟਦੇ ਕ੍ਰਮ ਵਿੱਚ ਸਭ ਤੋਂ ਪਹਿਲਾਂ ਵੱਡੀ ਸੰਖਿਆ ਉਹ ਕਿੰਨੀ ਹੈ? 5, ਉਸ ਤੋਂ ਅਗਲੀ 3, ਉਸ ਤੋਂ ਅਗਲੀ ਸੰਖਿਆ 2, ਤੇ ਉਸ ਤੋਂ ਅਗਲੀ ਸੰਖਿਆ ਹੈ 1। ਔਰ ਥੱਲੇ ਕੀ ਹੈ? 7, ਅਗਲੇ ਵਿੱਚ ਵੀ 7, और नीचे सारे के थले असी किया 7 लिख देना है। तो ये बन गया साडा घटदा क्रम। सो असी किया हर देखे हर बराबर सी, तो घटदे क्रम विच क्योंकि अंश देखने हैं तो अंश वड्डा होएगा तो वो वैल्यू भी वड्डी होएगी, अगर अंश छोटा होएगा तो वो भिन्न की वैल्यू घट होएगी। तो ये बन गया बच्चे डिसेंडिंग ऑर्डर ऑफ 3/7, 2/7, 5/7 एंड 1/7। सब तो पहला केस आ गया कि जिस विच हर बराबर होण उस विच जिन्ना न्यूमरेटर घट होएगा वो भिन्न भी छोटी होएगी, ते जेदा न्यूमरेटर ज्यादा होएगा वो भिन्न वड्डी होएगी। तो आ बन गई सब तो वड्डी भिन्न और ये बन गई सब तो छोटी भिन्न। प्यारे विद्यार्थियों नोट करो, समझ आ गया? सब तो वड्डी भिन्न किहड़ी बनी? 5/7 ते सब तो छोटी भिन्न किहड़ी बनी? 1/7। अगला बच्चे क्वेश्चन जो है वो इस टॉपिक दे विच आ सकदा जिहदे विच अंश बराबर होण। इसनू पहला नोट कर लो चंगी तरह, जिस विच की सी पहला टॉपिक ही सी जिस विच हर बराबर सी। असी अंश देखे, अंशां नू असी घटदे क्रम च लिखता और नीचे की लिख दिते उहदा दे हर किन्ना सी? 7। तो ये बन गया 5/7, 3/7, 2/7, 1/7। तो ये संख्या बन गई ए भिन्ना। तो ये भिन्ना घटदे क्रम विच मीनस डिसेंडिंग ऑर्डर विच आ गई। अगला बच्चे इहदे विच टॉपिक आ सकता है कि कोई संख्यावां इस तरह दित्तियां होणगियां कि उन्हां दे अंश बराबर होणगे। नोट करो, जेकर अंश बराबर आ फिर की करना? मीनस इफ न्यूमरेटर आर सेम देन व्हाट वी डू। इस दे तहत बच्चे असी एग्जाम्पल ले लेने। मान लो साडे कोई एग्जाम्पल है जो तुहाडी असाइनमेंट विच है 3/7, 3/8, 3/5 ते 3/4। इन्हां नू डिसेंडिंग ऑर्डर विच लिखना मीनस घटदे क्रम विच लिखना। हुण प्यारे विद्यार्थियों इत्थे की करांगे? इत्थे असी हरां दी तुलना करनी है, हरां दी तुलना।
वो किस तरह होनी बच्चे? हर किहड़े किहड़े ने? 7 8 5 ते 4। हर थल्ले है बच्चे। ये समझण वाली गल है, हर नीचे है। ਹੁਣ मैं ਤੁਹਾਨੂੰ एक एग्जाम्पल दसदा कि ਤੁਹਾਡੇ ਕੋਲ एक क्वेश्चन है 1/4 ਤੇ दूसरा है 1/2। 1/2 मतलब एक दा अद्धा हिस्सा ते 1/4 दा मतलब एक दा चौथा हिस्सा। तो चौथा हिस्सा घट हो गया और अद्धा हिस्सा ज्यादा हो गया। अद्धा हिस्सा ज्यादा है जिहदे विच हर कितना है? छोटा। वो संख्या की होएगी? ज्यादा वड्डी। अंश सेम होने चाहिए आ पहली गल। तो इहदे विच सब तो पहला असी हरा नू वाधे क्रम च लिखांगे 4 5 7 ते 8। ਇਹਦਾ ਵਾਧਾ ਕਰਮ ਹੋ ਗਿਆ। ਹੁਣ ਅਸੀਂ ਇਸ ਨੂੰ तीन बटा 4 3 बटा 5 3 बटा 7 ਤੇ 3 बटा 8 भिन्न ਦੇ ਰੂਪ ਵਿੱਚ ਲਿਖ ਦਾਂਗੇ ਕਿਉਂਕਿ ਸਾਡਾ ਅੰਸ਼ ਕਿੰਨਾ ਸੀ? 3। तो ਇਹ ਬੱਚੇ ਇਹਦਾ ਘਟਦਾ ਕਰਮ ਆ ਗਿਆ। ਗੱਲ ਨੂੰ ਸਮਝੋ। ਹਰਾਂ ਨੂੰ ਜੇਕਰ ਅੰਸ਼ ਬਰਾਬਰ ਹਨ, ਹਰਾਂ ਨੂੰ ਸਭ ਤੋਂ ਪਹਿਲਾਂ ਵਾਧੇ ਕਰਮ ਵਿੱਚ ਲਿਖ ਦੋ ਤੇ ਫਿਰ ਉਸ ਦੀ ਫ੍ਰੈਕਸ਼ਨ ਬਣਾ ਦਿਓ, ਮੀਨਸ ਭਿੰਨਾ ਬਣਾ ਦਿਓ। ਜੋ ਅੰਸ਼ ਸੀ ਉਹ ਉਹਨਾਂ ਦੇ ਨਾਲ ਲਿਖ ਦਿਓ ਤਾਂ ਉਹ ਉਹਦਾ ਕੀ ਹੋ ਗਿਆ? ਘਟਦਾ ਕਰਮ। ਮੀਨਸ 3/4 3/5 3/7 3/8। ਸੋ ਸਭ ਤੋਂ ਵੱਡੀ ਸੰਖਿਆ ਕੀ ਹੋਗੀ? 3/4 ਤੇ ਸਭ ਤੋਂ ਛੋਟੀ ਸੰਖਿਆ ਕਿਹੜੀ ਹੋਗੀ? 3/8। ਇੱਕ ਵਾਰ ਫੇਰ ਸਮਝਦੇ ਆ। ਅੰਸ਼ ਬਰਾਬਰ ਤੇ ਤੁਲਨਾ ਕਿਹਦੀ ਕਰਨੀ? ਹਰਾਂ ਦੀ। ਹਰਾਂ ਨੂੰ ਸਭ ਤੋਂ ਪਹਿਲਾਂ ਵਾਧੇ ਕਰਮ ਚ ਲਿਖੋ। ਜਦੋਂ ਵਾਧੇ ਕਰਮ ਚ ਲਿਖਦੇ ਆ ਉਸ ਤੋਂ ਬਾਅਦ ਉਹਨਾਂ ਦੀ ਜੋ ਭਿੰਨ ਰੂਪ ਸੀ ਉਸ ਵਿੱਚ ਉਹਨਾਂ ਨੂੰ ਦੁਬਾਰਾ ਕਨਵਰਟ ਕਰ ਦੇਣਾ ਤੇ ਉਹ ਉਹਦਾ ਕੀ ਹੋ ਜਾਏਗਾ? ਘਟਦਾ ਕਰਮ। प्यारे विद्यार्थियों, ये हो गया घटदा क्रम। पहला केस ही जदों हर बराबर सी ते दूजा केस हो गया जदों अंश बराबर आ। ते हुण तीसरा केस आना बच्चे जदों अंश ते हर बराबर नहीं हुंदे। उसनूं घटदे क्रम च किस तरह लिखदे आ? आओ इस बारे समझदे आ। थर्ड अंश अते हर बराबर नहीं हन। सो इस विच सब तो पहला असी की काम करना? असी सब तो पहला हर बराबर करने आ। एक एग्जाम्पल लैने बच्चे। एग्जाम्पल है साडे को 2/5 4/6 3/5 3/5 ਤੇ 1/3। हाँ जी प्यारे विद्यार्थियों, देखो ये ना अंश बराबर हैं ते ना ही हर बराबर हैं। सो इसनों असी किस तरह करना है? आओ समझते हैं। तो ये सब तो पहला काम है हर बराबर करने हैं या हर बराबर करो। पहला स्टैप ये आएगा। सो इसनों किस तरह करना? असी 5 6 5 ਅਤੇ 3 ਇਸ ਦਾ ਲੱਲਾ ਸੱਸਾ ਵਾਵਾ मीन्स लघुत्तम समावर्तक मीन्स एलसीएम फाइंड कर लेना। आओ इसका एलसीएम फाइंड करते हैं। सो जदों तुसी इहदा एलसीएम फाइंड करोगे क्वेश्चन दोबारा ऊपर लिख लेने। क्वेश्चन की सी 2/5 4/6 3/5 1/3। इसनों घटने क्रम च लिखना
सब तो पहला काम की करना, हर बराबर करने हन, हर बराबर करने हन। तो हर की है 5 6 5 ते 3, इन्हां दे सब तो पहला एलसीएम लैने आ। 5 6 5 ते 3 का एलसीएम की आएगा, देखो पहला 3 5 नूं 5 एज इट इज, 3 दूनी 6 थे 3 दी जगह की आ जाना 1। उस तो बाद ये 2 ते, उस तो बाद ये 5 ते 1 1 सिंगल। तो ਇਹਦਾ एलसीएम आ गया 3 गुणा 2 गुणा 5 बराबर 3 दूनी 6 6 जमा 5 3 दूनी 6 6 पंजा 30। तो ये आंसर की आ गया 30। तो ਇਹਦਾ एलसीएम कितना आ गया, मीन्स लल्ला ससा वावा कितना आ गया है 30 मीन्स 30। हुण असी हर एक दे हर जो है वो 30 बना लेने ने। तो पहली पेन सी साडे को 2/5, दूसरी सी 4/6, तीसरी सी 3/5 ते चौथी पेन सी 1/3। हुण विद्यार्थियों असी 30 इसका हर बनाना है। तो उसनों असी इस तरह लिख लेने। पहली पेन जो 2/5 है उस विच हर 5 है। तो 5 की 5 देखो 30 दे विच आ रहा, 5 नूं छड्ड देना, रह की गया 3 दूनी 6। तो 3 दूनी 6 मतलब इनू 6 ना ऊपर थले गुणा कर दियो। तो ये की बन गया 6 दूनी 12 12/30। उस तो बाद अगली संख्या 6 अगली संख्या अगली पेन है 4/6। 4/6 दे विच 6 है तो 6 छड्ड देने, रह की गया 5। तो इसनों असी 5 गुणा 5 कर देना है। तो 4 पंजा 20 थले 6 पंजा 30 आ गया। अगे फिर 5 है, 5 नूं छड्ड दियो, रह की गया 3 गुणा 2 6। तो 6 ना इनू भी ऊपर थले गुणा कर देनी है। तो ये बन गया 6 तीए 18 18/30। इसी तरह 1/3 1/3 ये 3 छड्ड देना, रह की गया 3 छड्ड देना है, रह की गया 2 गुणा 5 मीन्स 10। तो 10/10 1 गुणा 10 कितना आ गया 10, 3 गुणा 10 आ गया 30। सो इस तरह बच्चे असी इन्हां दे हर जो है वो बराबर कर ले। हो गया आसान। हुण तां असी इहनूं घट दे क्रम च लिखना, ਉਹਦੇ ਵਿੱਚ अंश देखने आ। ਜਿਹੜਾ अंश ਵੱਡਾ ਹੋਏਗਾ ਉਹ संख्या ਉਹ भिन्न भी ਵੱਡੀ ਹੋਏਗੀ ਤੇ ਜਿਹੜਾ अंश ਛੋਟਾ ਹੋਏਗਾ ਉਹ भिन्न ਛੋਟੀ ਹੋਏਗੀ। ਸਭ ਤੋਂ ਪਹਿਲਾਂ ਕੀਤਾ ਕੀ ਅਸੀਂ ਹਰ ਬਰਾਬਰ ਕੀਤੇ 5 6 5 3 ਇਹ ਹਰ ਸੀਗੇ, ਉਹਨਾਂ ਦਾ ਐਲਸੀਐਮ ਲੈ ਲਿਆ। ਐਲਸੀਐਮ ਕਿੰਨਾ ਆਇਆ 30। ਸੋ 30 ਬਣਾਉਣ ਲਈ ਹੁਣ ਐਲਸੀਐਮ ਜਿੰਨਾ ਆਇਆ ਉਹਨਾਂ ਅਸੀਂ ਹਰ ਉਹਨਾਂ ਦੇ ਸਾਰੀਆਂ ਭਿੰਨਾਂ ਦੇ ਬਣਾ ਦੇਣੇ ਆ। तो 30 बना ली की 6 ना ऊपर थले गुणा की 2/5 नूं, क्योंकि इत्थे 5 सी तो 5 नूं असीं छड्ड दित्ता ते रह की गया 2 गुणा 3 यानी कि 6 ना ऊपर थले गुणा करती। उस तो बाद 6 3 दूनी 6 सी, रह की गया 5। तो 5 ना गुणा करांगे बन गया 30। तो 5 गुणा 4 20 ते 5 गुणा 6 30। इस तरह 3/5 5 इत्थे भी हर सी तो इत्थे भी फिर 6 ते 6 नाड़ी ऊपर थले गुणा होनी है। तो यह आ गया 18/30। 1/3 हुण 3 है, रह की गया 5 दूनी 10। तो 10 ना ऊपर थले गुणा करती है कि 10/30 आ गया। ठीक है। सो प्यारे विद्यार्थियों सब तो वड्डी संख्या की होएगी 20/30। उस तो वड्डी संख्या केड़ी होएगी 18/30। उस तो वड्डी संख्या केड़ी होएगी 12/30 ते उस तो वड्डी संख्या की होएगी 10/30। ते 20/30 दी ओरिजिनल संख्या केड़ी सी 4/6 ते 18/30 दी ओरिजिनल संख्या सी 3/5। ए पिन सी 12/30 दी पिन केड़ी सी 2/5
ਤੇ 10/30 ਦੀ ਭਿੰਨ ਕੀ ਸੀ 1/3। ਸੋ ਬੱਚੇ ਇਹ ਹੋ ਗਿਆ ਇਹਦਾ ਘਟਦਾ ਕ੍ਰਮ। ਇਸ ਤਰ੍ਹਾਂ ਅਸੀਂ ਇਹ ਕੁਐਸਚਨ ਕਰ ਸਕਦੇ ਹਾਂ। ਠੀਕ ਹੈ ਜੀ। ਸੋ ਪਿਆਰੇ ਵਿਦਿਆਰਥੀਓ, ਹੁਣ ਕੁਝ ਕੁਐਸਚਨਸ ਹੈਗੇ ਆ, ਉਹ ਹੁਣ ਤੁਸੀਂ ਕਰਨੇ ਆ, ਔਰ ਇਹ ਕੁਐਸਚਨਸ ਤੁਹਾਡੀ ਸਕਰੀਨ ਦੇ ਉੱਪਰ ਫਲੈਸ਼ ਹੋ ਰਹੇ ਆ। ਇਹਨਾਂ ਨੂੰ ਹੁਣ ਤੁਸੀਂ ਆਪ ਕਰਨਾ ਹੈ। ਪਹਿਲਾ ਕੁਐਸਚਨ ਜੋ ਹੈ ਅਸੀਂ ਡਿਸਕਸ ਕਰ ਹੀ ਲੈਣੇ। 8/36, 8/36, 5/36, 51/36, 54/36, 5/36, 51/36 ਤੇ 54/36। ਹਾਂਜੀ, ਹਰ ਬਰਾਬਰ ਹੈ। ਬਿਲकुल, ਇੱਥੇ ਹਰ ਬਰਾਬਰ ਹੈ ਤੇ ਤੁਸੀਂ ਇਹਨੂੰ ਘਟਦਾ ਕ੍ਰਮ ਵਿੱਚ ਲਿਖਣਾ ਤਾਂ 54/36 ਪਹਿਲਾਂ ਆ ਗਿਆ, ਫਿਰ 51/36, 8/36 ਤੇ 5/36। ਇਹ ਪਿਆਰੇ ਵਿਦਿਆਰਥੀਓ ਇਹਦਾ ਆਰਡਰ ਆ ਗਿਆ। ਨੈਕਸਟ ਕੁਐਸਚਨ ਹੈ 8/18, 5/18, 51/18 ਤੇ 54/18। ਇਸ ਵਿੱਚ ਵੀ ਹਰ ਬਰਾਬਰ ਹਨ, ਸੋ ਇਸ ਨੂੰ ਵੀ ਅਸੀਂ ਆਰਾਮ ਨਾਲ ਲਿਖ ਸਕਦੇ ਹਾਂ। 54/18 ਘਟਦਾ ਕ੍ਰਮ, 51/18, 8/18 ਤੇ 5/18। ਠੀਕ ਹੈ। ਸੋ ਇਹ ਹੈ ਬੱਚੇ ਕੁਐਸਚਨ अपनी कॉपी के ऊपर करने हो। आस करते हैं ਤੁਹਾਨੂੰ ਇਹ ਟੌਪਿਕ ਸਮਝ ਆਇਆ ਹੋਵੇਗਾ। ਨੈਕਸਟ ਅਸਾਈਨਮੈਂਟ ਲੈ ਕੇ ਬਹੁਤ ਜਲਦੀ ਹਾਜ਼ਰ ਹੋਣ ਵਾਲੇ ਹਾਂ ਅਸੀਂ। ਸੋ ਟਿਲ ਦੈਨ ਸਟੇ ਸੇਫ, ਸਟੇ ਐਟ ਹੋਮ, ਸਟੇ ਹੈਲਦੀ।